ਸ਼੍ਰੀ ਅਕਾਲ ਗੁਰੂ ਜੀ ਤੇ ਸਾਧ ਸੰਗਤ ਜੀ। ਆਓ 17ਵੀਂ ਅਸ਼ਟਪਦੀ ਦੇ ਅਰਥ ਸਮਝੀਏ। ਅਸੀਂ ਪਿਛਲੀ ਅਸ਼ਟਪਦੀ ਵਿੱਚ ਪ੍ਰਭੂ ਨੂੰ ਨਿਰਗੁਣ ਰੂਪ, ਰੇਖ, ਰੰਗ ਤੇ ਨਿਆਰਾ ਦੱਸ ਕੇ ਉਸ ਦਾ ਸਰੂਪ ਸਤਿਆ ਸੁਣਿਆ ਸੀ। ਹੁਣ ਸਤਿਆ ਪਦ ਜਾਂ ਸੱਚ ਦੀ ਵਿਸ਼ੇਸ਼ ਵਿਆਖਿਆ ਦਾ ਕਥਨ ਕਰ ਰਹੇ ਹਨ ਗੁਰੂ ਸਾਹਿਬ। ਉਸ ਨੂੰ ਸੱਤ ਦੱਸ ਕੇ ਉਹ ਉਪਾਸਕ ਤੇ ਉਪਾਸਨਾ ਨੂੰ ਸੱਤ ਦੱਸ ਰਹੇ ਹਨ। ਦੂਸਰੇ ਪਦੇ ਵਿੱਚ ਜਿਸਨੇ ਉਸ ਸੱਚ ਸਰੂਪ ਨੂੰ ਸੱਤ ਕਰਕੇ ਅਨੁਭਵ ਕਰ ਲਿਆ, ਉਸ ਦਾ ਹਾਲ ਦੱਸ ਰਹੇ ਹਨ ਤੇ ਤਤ ਗਿਆਨ ਨੂੰ ਪੁੱਜ ਕੇ ਸ਼ੁੱਧ ਸੱਤ ਹੋ ਕੇ ਪ੍ਰਭ ਨਾਲ ਤਦਰੂਪ ਹੋ ਜਾਂਦਾ ਹੈ ਉਹ ਪੁਰਖ ਜੋ ਪੂਰਨ ਸੱਤ ਨੂੰ ਸਮਝ ਲੈਂਦਾ ਹੈ। ਤੀਸਰੇ ਪਦੇ ਵਿੱਚ ਐਸਾ ਪੁਰਖ ਪ੍ਰਭੂ ਦਾ ਸੇਵਕ ਕਿਹਾ ਜਾਂਦਾ ਹੈ ਜੋ ਪ੍ਰਭੂ ਦਾ ਆਗਿਆਕਾਰੀ ਹੁੰਦਾ ਹੈ। ਫਿਰ ਚੌਥੇ ਪਦੇ ਵਿੱਚ ਗੁਰੂ ਸਾਹਿਬ ਦੱਸਦੇ ਹਨ ਕਿ ਪ੍ਰਭ ਦੀ ਉਸ ਉੱਪਰ ਅਨੁਗ੍ਰਹਿ ਦਾ ਵੇਰਵਾ ਕਰ ਰਹੇ ਹਨ ਕਿ ਕਿਸ ਤਰ੍ਹਾਂ ਪਰਮਾਤਮਾ ਆਪਣੇ ਸੇਵਕ ਦਾ ਅਨੁਗ੍ਰਹਿ ਕਰਦੇ ਹਨ। ਪੰਜਵੇਂ ਤੇ ਛੇਵੇਂ ਪਦੇ ਵਿੱਚ ਪ੍ਰਭੂ ਦੀ ਸਰਬ ਸ਼ਕਤੀਮਾਨਤਾ ਦਾ ਵਿਖਿਆਨ ਹੈ। ਸੱਤਵੇਂ ਪਦੇ ਵਿੱਚ ਹਰੀ ਕੀਰਤਨ ਦਾ ਉਪਦੇਸ਼ ਹੈ। ਕੀਰਤਨ ਐਸਾ ਹੋਵੇ ਕਿ ਪ੍ਰਭੂ ਵਿੱਚ ਲਿਵ ਲਵਾਈ ਰੱਖੋ ਤੇ ਹੁਕਮ ਉੱਤੇ ਕਾਇਮ ਕਰ ਦਵੋ। ਪ੍ਰਮਾਤਮਾ ਦੱਸਦੇ ਹਨ ਐਸਾ ਪ੍ਰੇਮੀ ਅੱਠੇ ਪਹਿਰ ਹਜ਼ੂਰੀ ਵਿੱਚ ਵਸਦਾ ਹੈ ਪ੍ਰਮਾਤਮਾ ਦੇ। ਅੱਠਵੇਂ ਪਦੇ ਵਿੱਚ ਗੁਰੂ ਸਾਹਿਬ ਦੱਸਦੇ ਹਨ ਕਿ ਜੋ ਸਤਿਪੁਰਖ ਪ੍ਰਮਾਤਮਾ ਦਾ ਨਾਮ ਲੈਂਦਾ ਹੈ, ਉਹਦੀ ਹਜ਼ੂਰੀ ਵਿੱਚ ਰਹਿੰਦਾ ਹੈ, ਉਸ ਨਾਲ ਸਤਸੰਗ ਕਰਨ ਦਾ ਉਪਦੇਸ਼ ਦਿੰਦੇ ਹਨ। ਫਿਰ ਇਹ ਵੀ ਕਹਿੰਦੇ ਹਨ ਕਿ ਐਸਾ ਪੁਰਖ ਦਾ ਸਾਥ ਹਰ ਤਰ੍ਹਾਂ ਦਾ ਪਾਪ ਮਿਟਾਉਣ ਵਾਲਾ, ਦੁੱਖ ਦੂਰ ਕਰਨ ਵਾਲਾ ਤੇ ਸਰਬ ਸੁੱਖਾਂ ਦਾ ਦਾਤਾ ਹੈ। ਸ਼ਲੋਕ। ਆਦਿ ਸੱਚ ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਪ੍ਰਮਾਤਮਾ ਅਕਾਲ ਪੁਰਖ ਆਦਿ ਵਿੱਚ ਵੀ ਸੱਚ ਹਨ, ਜੁਗਾਦ ਤੋਂ ਵੀ ਸੱਚ ਹਨ ਤੇ ਹੁਣ ਵਰਤਮਾਨ ਵਿੱਚ ਵੀ ਸੱਚ ਹਨ। ਗੁਰੂ ਸਾਹਿਬ ਇਹ ਦੱਸ ਰਹੇ ਹਨ ਕਿ ਅੱਗੇ ਤੋਂ ਵੀ ਉਹ ਸੱਚ ਹੀ ਹੋਣਗੇ। ਇਹ ਤੁਕ ਦਾ ਅਰਥ ਇਹ ਹੈ ਕਿ ਕਾਲ ਦੇ ਆਰੰਭ ਤੋਂ ਹੋਣ ਵਾਲੇ ਜੁਗਾਂ ਜੁਗਾਂ ਤੱਕ ਕਾਲ ਦੀ ਗਿਣਤੀ ਕੀਤੀ ਜਾ ਸਕਦੀ ਹੈ ਔਰ ਉਸ ਸਭ ਸਮੇਂ ਵਿੱਚ ਉਹ ਇੱਕ ਪ੍ਰਮਾਤਮਾ ਹੀ ਸੱਚ ਹੈ। ਅਸ਼ਟਪਦੀ। ਚਰਨ ਸਤ ਸਤ ਪਰਸਨਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਵੇਖਣਹਾਰ, ਨਾਮ ਸਤ ਸਤ ਧਿਆਵਨਹਾਰ, ਆਪ ਸਤ ਸਤ ਸਭ ਧਾਰੀ, ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭ ਭਗਤਾ, ਸੁਰਤ ਸਤ ਸਤ ਜਸ ਸੁਨਤਾ, ਬੂਝਣਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ। ਪ੍ਰਮਾਤਮਾ ਕਹਿੰਦੇ ਹਨ ਕਿ ਉਹ ਪ੍ਰਭੂ ਸਤ ਹੈ। ਉਸ ਪ੍ਰਭੂ ਨੂੰ ਸਦਾ ਸਤ ਜਾਣੋ। ਉਸ ਪ੍ਰਭੂ ਦੇ ਚਰਨ ਸਤ ਹਨ। ਉਹਨਾਂ ਚਰਨਾਂ ਨੂੰ ਛੂਹਣ ਵਾਲੇ ਵੀ ਸਤ ਹੋ ਜਾਂਦੇ ਹਨ। ਉਸ ਦੀ ਪੂਜਾ ਸਤ ਵਸਤੂ ਹੈ। ਉਸ ਦੀ ਪੂਜਾ ਕਰਨ ਵਾਲੇ ਸੇਵਕ ਵੀ ਸੱਚੇ ਹਨ। ਉਹ ਸਤ ਸਰੂਪ ਦਾ ਦਰਸ਼ਨ ਸਤ ਹੈ। ਉਸ ਸਤ ਦਰਸ਼ਨ ਦੇ ਦੇਖਣ ਵਾਲੇ ਵੀ ਸਤ ਹਨ। ਸਤ ਸਰੂਪ ਦਾ ਨਾਮ ਵੀ ਸਤ ਹੈ। ਉਸ ਦੇ ਨਾਮ ਦੇ ਸਿਮਰਨ ਵਾਲੇ ਵੀ ਸਤ ਹਨ। ਉਹ ਪ੍ਰਭੂ ਆਪ ਸਤ ਹੈ। ਜੋ ਕੁਝ ਉਸਨੇ ਧਾਰਨ ਕਰ ਰੱਖਿਆ ਹੈ ਉਹ ਸਭ ਸਤ ਹੈ, ਕਿਉਂਕਿ ਸਤ ਦੇ ਗੁਣ ਵਾਲਾ ਆਪ ਹੈ ਤੇ ਆਪਣਾ ਸਤ ਦਾ ਗੁਣ ਆਪਣੇ ਕੀਤੇ ਹੋਏ ਨੂੰ ਦੇ ਕੇ ਉਸ ਨੂੰ ਕਾਇਮ ਰੱਖ ਰਿਹਾ ਹੈ। ਸ਼ਬਦ ਸਤ ਹੈ ਕਿਉਂਕਿ ਸ਼ਬਦ ਨੂੰ ਉਚਾਰਨ ਵਾਲਾ ਪ੍ਰਭੂ ਆਪ ਸੱਚ ਹੈ। ਪ੍ਰਭੂ ਦੀ ਕੀਰਤੀ ਨੂੰ ਸੁਣਨ ਵਾਲਾ ਸੱਚ ਹੈ। ਸੁਣਨ ਵਾਲੇ ਦੇ ਕੰਨ ਅਥਵਾ ਸੁਣਨ ਸਤਿਆ ਵੀ ਸਤ ਹੈ। ਇਸ ਤਰ੍ਹਾਂ ਉਹ ਸੱਤੇ ਸਰੂਪ ਦੀ ਪੂਜਾ ਕਰਦਾ, ਕੀਰਤਨ ਕਰਦਾ, ਨਾਮ ਜਪਦਾ, ਜਸ ਸੁਣਦਾ, ਜੋ ਉਸਨੂੰ ਸਤ ਸਰੂਪ ਕਰਕੇ ਸਮਝ ਲੈਂਦਾ ਹੈ, ਉਹ ਗਿਆਨ ਵਿਆਨ ਨੂੰ ਸਭ ਉਸਦਾ ਸਤ ਸਰੂਪ ਹੀ ਦਿਸਦਾ ਹੈ। ਸਤ ਸਰੂਪ ਹਿਰਦੇ ਜਿਨ ਮਾਨਿਆ, ਕਰਨ ਕਰਾਵਨ
तिन मूल पछान्या, जाके हृदय विश्वास प्रभ आया, तत् ज्ञान तिस मन प्रगटाया, भय ते निर्भव होए बसाना, जिसते उपजया तिस माही समाना, वस्तु महले बस गड़ाई, ताको भिन्न न कहना जाई, बूझे बूझन हार विवेक, ਨਾਰਾਇਣ ਮਿਲੇ ਨਾਨਕ ਏਕ। ਗੁਰੂ ਸਾਹਿਬ ਕਹਿੰਦੇ ਹਨ, ਪਛਾਣਨ ਵਾਲੇ ਦੇ ਲੱਛਣ ਇਸ ਤਰ੍ਹਾਂ ਹਨ, ਜਿਸ ਨੇ ਹਿਰਦੇ ਵਿੱਚ ਅਨੁਭਵ ਕਰ ਲਿਆ ਉਸ ਵਾਹਿਗੁਰੂ ਨੂੰ, ਉਸ ਪ੍ਰਮਾਤਮਾ ਨੂੰ ਇਹ ਮੰਨ ਲਿਆ ਹੈ ਕਿ ਉਹ ਸੱਤ ਦਾ ਸਰੂਪ ਹੈ, ਉਸਨੇ ਉਸ ਨੂੰ ਕਾਰਨਾਂ ਦਾ ਕਾਰਨ ਭਾਵ ਮੂਲ ਕਾਰਨ ਸਮਝ ਲਿਆ ਹੈ। ਇਸ ਤਰ੍ਹਾਂ ਜਿਸ ਦੇ ਹਿਰਦੇ ਵਿੱਚ ਪ੍ਰਭੂ ਸੱਚ ਸਰੂਪ ਦਾ ਪੂਰਾ ਨਿਸ਼ਚੈ ਆ ਗਿਆ ਹੈ, ਉਸ ਦੇ ਮਨ ਵਿੱਚ ਜਾਣ ਲਓ ਤਤ ਗਿਆਨ ਪ੍ਰਗਟ ਹੋ ਗਿਆ ਹੈ। ਫਿਰ ਉਹ ਭੈ ਤੋਂ ਨਿਰਭਉ ਹੋ ਕੇ ਸੰਸਾਰ ਵਿੱਚ ਰਹਿੰਦਾ ਹੈ ਤੇ ਉਹ ਜਿਸ ਸੱਚ ਸਰੂਪ ਤੋਂ ਉਪਜਿਆ ਸੀ ਉਸ ਸੱਚ ਸਰੂਪ ਵਿੱਚ ਸਮਾ ਗਿਆ। ਇਹ ਜਾਣ ਲਓ, ਜਿਵੇਂ ਜੇ ਵਸਤੂ ਜਿਸ ਵਸਤੂ ਵਿੱਚ ਰਲਾ ਦਿੱਤੀ ਜਾਵੇ, ਉਸ ਵਸਤੂ ਵਿੱਚ ਰਲ ਗਈ ਵਸਤੂ ਨੂੰ ਅੱਡਰੀ ਨਹੀਂ ਕਿਹਾ ਜਾ ਸਕਦਾ, ਭਾਵ ਉਹ ਅੱਡ ਨਹੀਂ ਹੈ, ਅਲੱਗ ਨਹੀਂ ਹੈ। ਤਿਵੇਂ ਹੀ ਪ੍ਰਮਾਤਮਾ ਸਾਨੂੰ ਸਮਝਾਉਂਦੇ ਹਨ, ਨਾਰਾਇਣ ਅਤੇ ਨਾਰਾਇਣ ਨੂੰ ਵਿਸ਼ਵਾਸ ਤੇ ਗਿਆਨ ਦੁਆਰਾ ਜੋ ਮਿਲ ਗਏ ਹਨ, ਉਹ ਇੱਕ ਹੋ ਗਏ ਹਨ। ਇਸ ਵਿਵੇਕ ਨੂੰ ਸਮਝਣ ਵਾਲਾ ਹੀ ਸਮਝ ਸਕਦਾ ਹੈ ਕਿ ਐਸਾ ਵਿਵੇਕ ਗਿਆਨੀ ਫਿਰ ਆਪਣੇ ਠਾਕੁਰ ਨਾਲ ਬਰਾਬਰੀ ਦਾ ਦਾਅਵੇਦਾਰ ਹੁੰਦਾ ਹੈ। ਇਸ ਨੂੰ ਜਾਣਨ ਲਈ ਅਗਲਾ ਪਤਾ ਪੜ੍ਹਦੇ ਹਾਂ ਤੇ ਸੁਣਦੇ ਹਾਂ ਤੇ ਸਮਝਦੇ ਹਾਂ। ठाकुर का सेवक आज्ञाकारी, ठाकुर का सेवक सदा पुजारी, ठाकुर के सेवक के मन प्रतीत, ठाकुर के सेवक की निर्मल रीत, ठाकुर को सेवक जाने संग, प्रभ का सेवक नाम के रंग, सेवक को प्रभ पालनहार, सेवक की राखे निरंकारा, सो सेवक जिस दया प्रभ तारे, नानक सो सेवक सास सास समारे। ਗੁਰੂ ਸਾਹਿਬ ਕਹਿੰਦੇ ਹਨ, ਠਾਕੁਰ ਦਾ ਸੇਵਕ ਆਪਣੇ ਠਾਕੁਰ ਦੀ ਆਗਿਆ ਮੰਨਣ ਵਾਲਾ ਹੁੰਦਾ ਹੈ, ਭਾਵ ਉਸਦੇ ਹੁਕਮ ਦੀ ਤਾਰ ਨਾਲ ਉਸਦੀ ਸੁਰ ਇਕਸਰ ਤੁਰਦੀ ਹੈ, ਉਹ ਹਉਮੈ ਵਿੱਚ ਨਹੀਂ ਹੁੰਦੀ। ਪਰਮੇਸ਼ਵਰ ਦਾ ਸੇਵਕ ਸਦਾ ਉਸਦੀ ਪੂਜਾ ਵਿੱਚ ਰਹਿੰਦਾ ਹੈ। ਪਰਮੇਸ਼ਵਰ ਦੇ ਸੇਵਕ ਦੇ ਮਨ ਵਿੱਚ ਠਾਕੁਰ ਤੇ ਸਿਦਕ ਭਰੋਸਾ ਹੁੰਦਾ ਹੈ। ਪਰਮੇਸ਼ਵਰ ਦੇ ਸੇਵਕ ਦੀ ਗਤ ਜੀਵਨ ਮਰਿਆਦਾ ਨਿਰਮਲ ਹੁੰਦੀ ਹੈ। ਪਰਮੇਸ਼ਵਰ ਨੂੰ ਸੇਵਕ ਸਦਾ ਆਪਣੇ ਨਾਲ ਹੀ ਵਸਦਾ ਜਾਣਦਾ ਹੈ, ਕਿਉਂਕਿ ਪਰਮੇਸ਼ਵਰ ਦਾ ਸੇਵਕ ਸਦਾ ਨਾਮ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ। ਐਸਾ ਸੇਵਕ ਦਾ ਮਾਤਾ ਪਿਤਾ ਪਰਿਵਾਰ ਪਾਲਣਹਾਰ ਪਰਮੇਸ਼ਵਰ ਆਪ ਹੁੰਦਾ ਹੈ। ਐਸੇ ਸੇਵਕ ਦੀ ਲੱਜਾ ਨਿਰੰਕਾਰ ਆਪ ਰੱਖਦਾ ਹੈ। ਸੇਵਕ ਉਹ ਹੈ ਜਿਸ ਉੱਤੇ ਪ੍ਰਭੂ ਆਪ ਕਿਰਪਾ ਕਰਦਾ ਹੈ। ਐਸੀ ਕਿਰਪਾ ਪ੍ਰਾਪਤ ਸੇਵਕ ਦੀ ਨਿਸ਼ਾਨੀ ਇਹ ਹੈ ਕਿ ਉਹ ਪ੍ਰਭੂ ਨੂੰ ਸਵਾਸ ਸਵਾਸ ਯਾਦ ਕਰਦਾ ਹੈ। ਗੁਰੂ ਸਾਹਿਬ ਇਹ ਸਮਝਾਉਂਦੇ ਹਨ, अपने जन का पर्दा टाके, अपने सेवक की सर पर राखे, अपने दास को दे बढ़ाई, अपने सेवक को नाम जपाई, अपने सेवक की आप पत राखे, ताकि गतमित कोई न लाखे, प्रभ के सेवक को न पहुंचे, प्रभ के सेवक ऊंचते ऊंचे, जो प्रभ अपनी सेवा लाया, नानक सो सेवक दै दिस प्रगटाया। ਗੁਰੂ ਸਾਹਿਬ ਕਹਿੰਦੇ ਹਨ, ਆਪਣੇ ਸੇਵਕ ਦਾ ਪਰਦਾ ਉਹ ਆਪ ਢੱਕਦਾ ਹੈ। ਉਹ ਆਪਣੇ ਸੇਵਕ ਦੀ ਲੱਜਾ ਜ਼ਰੂਰ ਹੀ ਰੱਖਦਾ ਹੈ, ਇੱਜ਼ਤ ਜ਼ਰੂਰ ਰੱਖਦਾ ਹੈ। ਉਹ ਆਪਣੇ ਸੇਵਕ ਨੂੰ ਵਡਿਆਈ ਦਿੰਦਾ ਹੈ। ਉਹ ਆਪਣੇ ਸੇਵਕ ਤੋਂ ਨਾਮ ਜਪਵਾਉਂਦਾ ਹੈ। ਉਹ ਆਪਣੇ ਸੇਵਕ ਦੀ ਪੱਤ ਆਪ ਰੱਖਦਾ ਹੈ। ਉਸ ਦੀ ਗਤਮਿਤ ਕੋਈ ਨਹੀਂ ਜਾਣਦਾ, ਕਿਉਂਕਿ ਪ੍ਰਭੂ ਸੇਵਕ ਦੀ ਰੱਖਿਆ ਕਰਦਾ ਹੈ। ਇਸ ਲਈ ਪ੍ਰਭੂ ਦੇ ਸੇਵਕ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ। ਸੋ ਪ੍ਰਭੂ ਦੇ ਸੇਵਕ ਸਦਾ ਉੱਚਿਆਂ ਤੋਂ ਉੱਚੇ ਹਨ। ਗੁਰੂ ਸਾਹਿਬ ਕਹਿੰਦੇ ਹਨ, ਜਿਸ ਨੂੰ ਪ੍ਰਭੂ ਆਪਣੀ ਸੇਵਾ ਵਿੱਚ ਲਾ ਲੈਂਦਾ ਹੈ, ਉਹ ਸੇਵਕ ਦਸੋ ਦਿਸ਼ਾ ਵਿੱਚ ਪ੍ਰਗਟ ਹੋ ਜਾਂਦਾ ਹੈ। ਨੀਕੀ ਕੀਰੀ ਮੈਂ ਕਲ ਰਾਖੇ, ਪਸਮ ਕਰੇ ਲਸ਼ਕਰ ਕੋਟ ਲਾਖੇ, ਜਿਸਕਾ ਸਾਸ ਨਾ ਕਾਢਤ ਆਪ, ਤਾਕੋ ਰਾਖਤ ਦੇਕਰ ਹਾਥ, ਮਾਨਸ ਜਤਨ ਕਰਤ ਭਉ ਭਾਤ, ਤਿਸਕੇ ਕਰਤਬ ਬਿਰਥੇ ਜਾਤ, ਮਾਰੇ ਨਾ ਰਾਖੇ ਅਵਰ ਨਾ ਕੋਏ,
ਸਰਬ ਜੀਆਂ ਕਾ ਰਾਖਾ ਸੋਏ, ਕਾਹੇ ਸੋਚ ਕਰੇਰੇ ਪ੍ਰਾਣੀ, ਜਪ ਨਾਨਕ ਪ੍ਰਭ ਅਲਖ ਵਿਡਾਣੀ। ਗੁਰੂ ਸਾਹਿਬ ਕਹਿੰਦੇ ਹਨ ਕਿ ਇੱਕ ਨਿੱਕੀ ਜਿਹੀ ਕੀੜੀ ਵੀ ਆਪਣੀ ਕਲਾ ਸ਼ਕਤੀ ਰੱਖ ਲਵੇ ਤਦ ਉਹ ਕਰੋੜਾਂ ਲੱਖਾਂ ਲਸ਼ਕਰ ਨੂੰ ਭਸਮ ਕਰ ਸਕਦੀ ਹੈ। ਪਰ ਜਿਸ ਦਾ ਸਵਾਸ ਪ੍ਰਭ ਆਪ ਨਾ ਕੱਢਣਾ ਚਾਹੇ, ਉਸ ਨੂੰ ਉਹ ਆਪ ਹੱਥ ਦੇ ਕੇ ਰੱਖ ਲੈਂਦਾ ਹੈ। ਮਨੁੱਖ ਕਈ ਵੀ ਤਰ੍ਹਾਂ ਦੀਆਂ ਯਤਨ ਕਰ ਲਵੇ, ਚਾਹੇ ਉਹ ਕਰਦਾ ਰਹੇ, ਉਸਦੇ ਕਰਤੱਵ ਵਿਅਰਥ ਜਾਂਦੇ ਹਨ। ਹੋਰ ਕੋਈ ਨਾ ਮਾਰ ਸਕਦਾ ਹੈ, ਨਾ ਬਚਾ ਸਕਦਾ ਹੈ। ਐਸਾ ਹੋਰ ਕੋਈ ਹੈ ਹੀ ਨਹੀਂ। ਸਾਰੇ ਜੀਆਂ ਦਾ ਰੱਖਣ ਵਾਲਾ ਉਹ ਆਪ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹਨ, ਹੇ ਪ੍ਰਾਣੀ, ਕਿਉਂ ਸੋਚਾਂ ਫਿਕਰਾਂ ਕਰਦਾ ਹੈ। ਜੋ ਅਲਖ ਮਨ ਬੁੱਧੀ ਤੋਂ ਪਰੇ ਹੈ, ਜੋ ਅਚਰਜ ਸਰੂਪ ਹੈ, ਉਸ ਪ੍ਰਭੂ ਨੂੰ ਜਪ। ਭਾਵ ਹੋਰ ਸੋਚ ਕਰਨ ਦੀ ਥਾਂ ਉਸ ਨੂੰ ਯਾਦ ਕਰ। ਬਾਰੰਬਾਰ ਬਾਰ ਪ੍ਰਭ ਜਪੀਏ, ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀਏ। ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਛ ਅਵਰ ਨਹੀਂ ਦ੍ਰਿਸ਼ਟਾਇਆ। ਨਾਮ ਤਨ ਨਾਮੋ ਰੂਪ ਰੰਗ, ਨਾਮੋ ਸੂਖ ਹਰ ਨਾਮ ਕਾ ਸੰਗ। ਨਾਮ ਰਸ ਜੋ ਜਨ ਤ੍ਰਿਪਤਾਨੇ, ਮਨ ਤਨ ਨਾਮੇ ਨਾਮ ਸਮਾਨੇ। ਊਠਤ ਬੈਠਤ ਸੋਵਤ ਨਾਮ, ਕਉ ਨਾਨਕ ਜਨ ਕੇ ਸਦ ਕਾਮ। ਪਰਮਾਤਮਾ ਕਹਿੰਦੇ ਹਨ, ਘੜੀ ਮੁੜੀ ਪ੍ਰਭੂ ਨੂੰ ਜਪਦੇ ਧਿਆਉਂਦੇ ਰਹਿਣਾ ਚਾਹੀਦਾ ਹੈ। ਇਸ ਅੰਮ੍ਰਿਤ ਨੂੰ ਪੀ ਕੇ ਮਨ ਤੇ ਤਨ ਦੋਹਾਂ ਨੂੰ ਤ੍ਰਿਪਤ ਕਰ ਸਕਦੇ ਹਾਂ। ਨਾਮ ਰਤਨ ਜਿਸ ਗੁਰਮੁਖ ਨੇ ਪਾ ਲਿਆ, ਉਸ ਨੂੰ ਫਿਰ ਹੋਰ ਕੋਈ ਨਹੀਂ ਚਾਹੀਦਾ, ਨਾ ਉਹਨੂੰ ਕੋਈ ਹੋਰ ਦਿਸਦਾ ਹੈ। ਭਾਵ ਨਾਮ ਦੇ ਬਰਾਬਰ ਉਸਨੂੰ ਫਿਰ ਹੋਰ ਕੁਛ ਨਹੀਂ ਲੱਗਦਾ। ਫਿਰ ਤਾਂ ਨਾਮ ਹੀ ਉਸਦਾ ਧਨ ਹੈ, ਨਾਮ ਹੀ ਉਸਦਾ ਰੂਪ ਰੰਗ ਸੁੰਦਰਤਾ ਹੈ, ਨਾਮ ਹੀ ਉਸਦਾ ਸੁੱਖ ਹੈ, ਤੇ ਹਰੀ ਨਾਮ ਦਾ ਹੀ ਉਸਨੂੰ ਫਿਰ ਸਤਸੰਗ ਰਹਿੰਦਾ ਹੈ। ਨਾਮ ਰਸ ਵਿੱਚ ਜੋ ਪੁਰਖ ਤ੍ਰਿਪਤ ਹੋ ਜਾਂਦੇ ਹਨ, ਮਨ ਕਰਕੇ ਤਨ ਕਰਕੇ ਨਾਮ ਵਿੱਚ ਹੀ ਸਮਾਏ ਰਹਿੰਦੇ ਹਨ, ਇਸ ਤਰ੍ਹਾਂ ਦੇ ਪੁਰਖ ਦਾ ਕੰਮ ਹੀ ਇਹ ਹੋ ਜਾਂਦਾ ਹੈ ਕਿ ਉਹ ਉੱਠਦੇ ਬੈਠਦਿਆਂ ਸੌਂਦਿਆਂ ਨਾਮ ਹੀ ਆਰਾਧਦਾ ਰਹਿੰਦਾ ਹੈ ਪ੍ਰਮਾਤਮਾ ਦਾ। ਬੋਲੋ ਜਸ ਜੈਬਾ ਦਿਨ ਰਾਤ, ਪ੍ਰਭ ਆਪਣੇ ਜਨ ਕੀਨੀ ਦਾਤ। करे भगत आत्म के चाए, प्रभ अपने स्यों रहे समाए। जो होवा होवत सो जाने, प्रभ अपने का हुक्म पछाने। तिसकी महिमा कौन बखानो, तिसका गुण कै एक न जान्यो। आठ पहर प्रभ बसे हजूर, कौ नानक सही जन पूरे। परमात्मा कहते हैं कि हजूरी वास ਤਾਂ ਇਹ ਹੈ ਪ੍ਰਮਾਤਮਾ ਦਾ ਕਿ ਉਹ ਦਿਨ ਰਾਤ ਪ੍ਰਭੂ ਦੇ ਜਸ ਨੂੰ ਹੀ ਰਸਨਾ ਨਾਲ ਉਚਾਰੋ, ਕਿਉਂਕਿ ਇਹ ਦਾਤ ਹੈ ਜੋ ਪ੍ਰਭੂ ਨੇ ਆਪਣੇ ਦਾਸਾਂ ਨੂੰ ਦਿੱਤੀ ਹੈ। ਪ੍ਰਭੂ ਦੇ ਜਨ ਆਤਮਾ ਦੀ ਖੁਸ਼ੀ ਨਾਲ ਭਗਤੀ ਕਰਦੇ ਹਨ ਤੇ ਆਪਣੇ ਪ੍ਰਭੂ ਦੇ ਨਾਲ ਸਮਾਏ ਰਹਿੰਦੇ ਹਨ। ਜੋ ਹੋ ਰਿਹਾ ਹੈ, ਜੋ ਬੀਤ ਗਿਆ ਹੈ, ਜੋ ਹੋਏਗਾ, ਉਸ ਨੂੰ ਜਾਣਦੇ ਹਨ ਤੇ ਪਛਾਣਦੇ ਹਨ ਕਿ ਸਭ ਸਾਡੇ ਆਪਣੇ ਪ੍ਰਭੂ ਦੇ ਹੁਕਮ ਵਿੱਚ ਹੈ। ਉਸ ਜਨ ਦੀ ਕਿਹੜੀ ਮਹਿਮਾ ਵਰਣਨ ਕਰਾਂ। ਪ੍ਰਮਾਤਮਾ ਕਹਿੰਦੇ ਹਨ, ਮੈਂ ਤਾਂ ਉਸ ਦਾ ਇੱਕ ਗੁਣ ਵੀ ਨਹੀਂ ਜਾਣਦਾ। ਤੇ ਪ੍ਰਮਾਤਮਾ ਇਹ ਕਹਿੰਦੇ ਹਨ ਕਿ ਜੋ ਜਨ ਅੱਠੇ ਪੈਰ ਪ੍ਰਭੂ ਦੇ ਹਜ਼ੂਰ ਵਿੱਚ ਵਸਦੇ ਹਨ, ਉਹ ਪੁਰਖ ਹਨ। ਭਾਵ ਹਰ ਵਕਤ ਇਹ ਪ੍ਰਤੀਤ ਕਰਦੇ ਹਨ ਕਿ ਅਸੀਂ ਪ੍ਰਭੂ ਦੀ ਹਜ਼ੂਰੀ ਵਿੱਚ ਹਾਂ। ਉਹ ਹਜ਼ੂਰੀ ਵਾਲੇ ਜਗਤ ਦੀਆਂ ਜੀਵਾਂ ਦਾ ਦੁੱਖ ਹਰਨ ਵਾਲੇ ਨਾਮ ਜਪਾਉਣ ਵਾਲੇ ਦਾਤਾ ਨੂੰ ਅਸੀਂ ਕਹਿੰਦੇ ਹਾਂ। ਭਾਵ ਉਹਨਾਂ ਦੀ ਸੂਰਤ ਵਿੱਚ ਯਾਚਨਾ ਦਾ ਭਾਵ ਨਹੀਂ ਹੁੰਦਾ, ਦੇਣ ਦਾ ਭਾਵ ਹੁੰਦਾ। ਉਹ ਮੰਗਦੇ ਨਹੀਂ, ਉਹਨਾਂ ਦੀ ਸ਼ਰਨ ਵਿੱਚ ਸੁੱਖ ਹੁੰਦਾ ਹੈ। ਮਨ ਮੇਰੇ ਤਿਨ ਕੀ ਓਟ ਲੈ, ਮਨ ਤਨ ਆਪਣਾ ਤਿਨ ਜਨ ਦੇ। ਜਿਨ ਜਨ ਆਪਣਾ ਪ੍ਰਭ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ। ਤਿਸकी शरण ਸਰਬ ਸੁਖ ਪਾਵੇ, ਤਿਸਕੇ ਦਰਸ ਸਭ ਪਾਪ ਮਿਟਾਵੇ। ਅਵਰ ਸਿਆਨਪ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ। ਆਵਨ ਜਾਨ ਨਾ ਹੋਵੇ ਤੇਰਾ, ਨਾਨਕ ਤਿਸ ਜਨ ਕੇ ਪੂਜੇ ਸਤ ਪੈਰਾ। ਗੁਰੂ ਸਾਹਿਬ ਕਹਿੰਦੇ ਹਨ, ਹੇ ਮੇਰੇ ਮਨ,
ਉਹਨਾਂ 8 ਪਹਿਰ ਹਜ਼ੂਰੀ ਵਿੱਚ ਵਸਣ ਵਾਲਿਆਂ ਦੀ ਓਟ ਲੈ, ਉਹਨਾਂ ਦੀ ਸੰਗਤ ਕਰ, ਮਨ ਤੇ ਤਨ ਆਪਣਾ ਉਹਨਾਂ ਜਨਾਂ ਨੂੰ ਅਰਪਣ ਕਰ ਦੇ। ਸਮਝ ਲੈ ਕਿ ਜਿਸ ਜਨ ਨੇ ਆਪਣੇ ਪ੍ਰਭੂ ਨੂੰ ਪਛਾਣ ਲਿਆ ਹੈ, ਉਹ ਪੁਰਖ ਸਭ ਪਦਾਰਥਾਂ ਦਾ ਦਾਤਾ ਹੁੰਦਾ ਹੈ। ਉਸ ਦਾਤੇ ਦੀ ਸ਼ਰਨ ਪੈ ਕੇ ਤੂੰ ਸਾਰੇ ਸੁੱਖ ਪਾਵੇਂਗਾ। ਉਸ ਦੇ ਦਰਸ਼ਨ ਨਾਲ ਤੂੰ ਆਪਣੇ ਸਾਰੇ ਪਾਪਾਂ ਨੂੰ ਮਿਟਾ ਲਵੇਂਗਾ। ਗੁਰੂ ਸਾਹਿਬ ਕਹਿੰਦੇ ਹਨ, ਹੋਰ ਸਾਰੀ ਸਿਆਣਪ ਤੂੰ ਛੱਡ ਦੇ, ਉਸ ਪੁਰਖ ਦੀ ਸੇਵਾ ਵਿੱਚ ਲੱਗ ਜਾ। ਉਸ ਪੁਰਖ ਦੇ ਸਦਾ ਪੈਰਾਂ ਨੂੰ ਪੂਜ, ਤਾਂ ਤੋਂ ਤੇਰੇ ਆਉਣ ਜਾਣ ਦਾ ਜਿਹੜਾ ਗੇੜਾ ਹੈ ਉਹ ਮੁੱਕ ਜਾਏਗਾ। ਬੇਅੰਤ ਸ਼ੁਕਰਾਨਾ ਗੁਰੂ ਜੀ ਮਹਾਰਾਜ, ਬੇਅੰਤ ਸ਼ੁਕਰਾਨਾ।